ਗੁਰੂ ਪਿਆਰਿਓ, ਸਮੇਂ-ਸਮੇਂ 'ਤੇ ਬਹੁਤ ਸਾਰੇ ਐਸੇ ਜੋਗੀ ਸਾਧੂ ਹੁੰਦੇ ਆ, ਜਦੋਂ ਪਹਿਲਾਂ ਉਹ ਨਾਮ ਜਪਦੇ ਆ ਉਹਨਾਂ ਨੂੰ ਹੰਕਾਰ ਹੋ ਜਾਂਦਾ। ਉਹਨਾਂ ਦੇ ਹੰਕਾਰ ਨੂੰ ਦੂਰ ਕਰਨ ਵਾਸਤੇ ਪ੍ਰਮਾਤਮਾ ਐਸੀ ਵਿਧੀ ਬਣਾਉਂਦਾ, ਦੁਨੀਆ ਦੇ ਉੱਪਰ ਅਵਤਾਰ ਭੇਜਦਾ ਜਿਹੜੇ ਉਹਨਾਂ ਦੀ ਹਉਮੈ ਨੂੰ ਦੂਰ ਕਰਦੇ ਆ। ਇਹੋ ਜਿਹੀ ਹੀ ਇੱਕ ਕਥਾ ਹੈ, ਜਦੋਂ ਸ਼ਿਵ ਜੀ ਨੇ ਇੱਕ ਸਾਧੂ ਨੂੰ ਹੰਕਾਰ ਹੋ ਗਿਆ ਸੀਗਾ, ਉਹ ਤੋੜਤਾ ਸੀ ਉਹਦਾ ਹੰਕਾਰ। ਫਿਰ ਕਿਸ ਤਰ੍ਹਾਂ, ਆਓ ਇਹ ਗੁਰੂ ਸਾਹਿਬ ਜੀ ਨੇ ਕਿਵੇਂ ਆਪਣੇ ਸਿੱਖਾਂ ਨੂੰ ਕਥਾ ਸੁਣਾਈ ਆ, ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਰਿਆ ਨੂੰ ਪਾਰ ਕਰਦੇ ਹੋਏ ਸਤਿਗੁਰੂ ਮਹਾਰਾਜ ਅੱਗੇ ਆਏ ਆ, ਜਿਨ੍ਹਾਂ ਦੀ ਚਿੱਟੇ ਰੰਗ ਦੀ ਦਾੜੀ ਆ, ਸਰੀਰ ਭਾਵੇਂ ਬਹੁਤ ਬਿਰਧ ਹੋ ਚੁੱਕਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਸ ਬੜੀ ਦੂਰ ਦੂਰ ਤੱਕ ਫੈਲਿਆ ਹੈ। ਗੁਰੂ ਅਮਰਦਾਸ ਜੀ ਨੇ ਹੱਥ ਵਿੱਚ ਸੋਟੀ ਫੜੀ ਆ ਤੇ ਮਹਾਰਾਜ ਬੜੇ ਸੋਹਣੇ ਲੱਗ ਰਹੇ ਆ। ਗੁਰੂ ਜੀ ਅੱਜ ਪਹੋਵੇ ਤੀਰਥ ਤੇ ਪਹੁੰਚੇ ਆ। ਇਹ ਇੱਕ ਸਨਾਤਨੀਆਂ ਦਾ ਤੀਰਥ ਆ, ਅੰਬਾਲੇ ਦੇ ਨੇੜੇ ਬਣਿਆ ਹੋਇਆ। ਇੱਥੇ ਸਰਸਵਤੀ ਨਦੀ ਵੀ ਵਗਦੀ ਆ। ਇੱਥੇ ਨਾ ਬਹੁਤ ਰਿਸ਼ੀਆਂ ਨੇ ਤਪ ਕੀਤੇ ਆ, ਹਜ਼ਾਰਾਂ ਸਾਲ, ਬਹੁਤ ਸਾਲ। ਜਿਹੜਾ ਵੀ ਮੰਨਿਆ ਜਾਂਦਾ ਵੀ ਹਿੰਦੂ ਵੀਰ ਮੰਨਦੇ ਆ, ਇੱਥੇ ਆ ਕੇ ਇਸ਼ਨਾਨ ਕਰਦਾ, ਉਹਨਾਂ ਨੂੰ ਵੈਕੁੰਠ ਮਿਲਦਾ ਹੈ, ਜਨਮ ਮਰਨ ਉਹਦੇ ਕੱਟੇ ਜਾਂਦੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੰਗਤਾਂ ਨੂੰ ਤਾਰਨ ਲਈ ਇੱਥੇ ਡੇਰਾ ਲਾਇਆ। ਤਾਹਾਂ ਸਤਿਗੁਰੂ ਕੀਨ ਸਡੇਰਾ, ਸੰਗ ਸੰਗਤਾਂ ਮੇਲ ਕਨੇਰਾ। ਵੱਡੀ ਗਿਣਤੀ ਵਿੱਚ ਸੰਗਤਾਂ ਆਈਆਂ ਨੇ। ਸਰਸਵਤੀ ਨਦੀ ਨੂੰ ਦੇਖ ਕੇ ਸਿੱਖਾਂ ਨੇ ਕਿਹਾ, ਮਹਾਰਾਜ ਸੱਚੇ ਪਾਤਸ਼ਾਹ ਜੀ, ਸਾਡੇ ਮਨ ਦੇ ਇੱਕ ਅੰਦਰ ਸਵਾਲ ਆ। ਇੱਥੇ ਜਿਹੜੀ ਨਦੀ ਵਗਦੀ ਆ, ਸਰਸਵਤੀ ਨਦੀ, ਇਹ ਪਵਿੱਤਰ ਨਦੀ ਆ, ਇਹਦਾ ਮਹਾਤਮ ਕੀ ਆ? ਮਹਾਰਾਜ ਕਹਿ ਮਹਾਤਮ ਇਸ ਬਹੁ ਥਾਵਨ। ਸਾਨੂੰ ਕਿਰਪਾ ਕਰਕੇ ਗੁਰੂ ਅਮਰਦਾਸ ਜੀ ਦੱਸੋ, ਆਪ ਜੀ ਨੂੰ ਬਹੁਤ ਗਿਆਨ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਜਦੋਂ ਸਿੱਖਾਂ ਦੀ ਬੇਨਤੀ ਸੁਣੀ ਆ, ਦੇਖੋ ਗੁਰੂ ਸਾਹਿਬ ਜੀ ਸਿੱਖਾਂ ਨੂੰ ਗਿਆਨ ਕਰਵਾਉਣਾ ਚਾਹੁੰਦੇ ਆ, ਆਪਣੇ ਧਰਮ ਬਾਰੇ ਵੀ, ਸਿੱਖ ਧਰਮ ਬਾਰੇ ਵੀ, ਹੋਰਾਂ ਧਰਮਾਂ ਬਾਰੇ ਵੀ। ਮਹਾਰਾਜ ਨੇ ਫਿਰ ਉਹਨਾਂ ਨੂੰ ਕਥਾ ਦੱਸੀ ਆ। ਸਤਿਗੁਰੂ ਜੀ ਕਹਿੰਦੇ, ਜਿਹੜੇ ਪਹਿਲੇ ਯੁੱਗਾਂ ਦੇ ਵਿੱਚ ਲੋਕ ਹੁੰਦੇ ਸੀਗੇ, ਉਹ ਸਰੀਰ ਤੇ ਬਹੁਤ ਕਸ਼ਟ ਸਹਿ ਲੈਂਦੇ ਸੀਗੇ। ਜਿਵੇਂ ਅੱਜ ਦਾ ਲੋਕ ਜਿਹੜਾ ਸੁੱਖਾਂ ਸਹੂਲਤਾਂ ਦੀ ਖਾਤਰ ਤੁਰਿਆ ਫਿਰਦਾ, ਕਲਯੁਗੀ ਜੀਵ ਆ, ਆਪਾਂ ਸੌਖੀ ਲੱਭਦੇ ਫਿਰਦੇ ਆ। ਸੁੱਖ ਕੋ ਮੰਗੈ ਸਭ ਕੋ, ਦੁੱਖ ਨਾ ਮੰਗੈ ਕੋਈ। ਕੋਈ ਰੱਬ ਤੋਂ ਦੁੱਖ ਮੰਗਦਾ? ਕੋਈ ਨਹੀਂ ਮੰਗਦਾ, ਸਾਰੇ ਸੌਖੀ ਮੰਗਦੇ ਆ। ਤਾਂ ਗੁਰੂ ਮਹਾਰਾਜ ਜੀ ਕਹਿਣ ਲੱਗੇ, ਐਵੇਂ ਵਿਸ਼ਵਾਮਿੱਤਰ ਜਿਹੜੇ ਵੱਡੇ ਰਿਖੀ ਹੋਏ ਆ, ਉਹਨਾਂ ਨੇ ਇੱਥੇ ਆ ਕੇ ਸਰਸਵਤੀ ਨਦੀ ਤੇ ਤਪ ਕੀਤੇ ਆ, ਜਿਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ। ਤਾਂ ਇੱਕ ਵਾਰ ਦੀ ਗੱਲ ਆ, ਦੱਖਣ ਦੇ ਮੁਨੀਆਂ ਦਾ ਇੱਕ ਸਮੂਹ ਉਹ ਇੱਥੇ ਸਰਸਵਤੀ ਨਦੀ ਤੇ ਆਇਆ ਵੀ ਆਪਾਂ ਇਕੱਠੇ ਹੋ ਕੇ ਤਪ ਕਰਨਾ। ਉਹ 48 ਕੋ ਇੱਥੇ ਫਿਰਦੇ ਰਹੇ ਆ, ਆਸੇ ਪਾਸੇ ਉਹਨਾਂ ਨੂੰ ਕੋਈ ਜਗ੍ਹਾ ਨਹੀਂ ਮਿਲੀ। ਤਪੱਸਵੀ ਆਏ, ਵੱਡੀ ਭੀੜ ਹੋ ਗਈ, ਇੰਨੇ ਜਾਣੇ ਆਏ ਸੀਗੇ। ਫਿਰ ਉਹਨਾਂ ਨੂੰ ਕੋਈ ਟਿਕਾਣਾ ਨਹੀਂ ਸੀ ਮਿਲਦਾ, ਜਿੱਥੇ ਕਿੱਥੇ ਘਾਲਣਾ ਘਾਲ ਰਹੇ ਸੀ, ਕੋਈ ਵਧੀਆ ਜਗ੍ਹਾ ਨਹੀਂ ਸੀ ਲੱਭਦੀ। ਉਹਨਾਂ ਨੇ ਸਰਸਵਤੀ ਦੇਵੀ ਨੂੰ ਧਿਆਇਆ। ਜਬ ਸਥਾਨ ਕਿਤਹੂ ਨੈ ਪਾਇਓ, ਸਾਰਸਵਤੀ ਕੋ ਤਬੈ ਧਿਆਇਓ। ਸਰਸਵਤੀ ਦੀ ਉਹਨਾਂ ਨੇ ਪੂਜਾ ਕੀਤੀ। ਇਹ ਇੱਕ ਉਹਨਾਂ ਰਿਸ਼ੀਆਂ ਮੁਨੀਆਂ ਦੀ ਗੱਲ ਆ, ਜਿਹੜੇ ਸਨਾਤਨ ਧਰਮ ਨਾਲ ਸੰਬੰਧ ਰੱਖਦੇ ਆ। ਗੁਰੂ ਅਮਰਦਾਸ ਜੀ ਉਹਨਾਂ ਦੀ ਕਥਾ ਕਿਉਂ ਕਹਿ ਰਹੇ ਆ? ਕਿਉਂਕਿ ਸਿੱਖਾਂ ਨੇ ਸਵਾਲ ਕੀਤਾ, ਸਰਸਵਤੀ ਨਦੀ ਦੇ ਜਿਹੜੇ ਘਾਟ ਆ, ਇਹਨਾਂ ਦੀ ਸਾਨੂੰ ਕਥਾ ਸੁਣਾਓ। ਗੁਰੂ ਸਾਹਿਬ ਜੀ ਨੂੰ ਸਾਰੇ ਧਰਮਾਂ ਦਾ ਗਿਆਨ ਸੀਗਾ, ਉਹਨਾਂ ਨੇ ਸਿੱਖਾਂ ਨੂੰ ਫਿਰ ਦਿੱਤਾ ਗਿਆਨ। ਮਹਾਰਾਜ ਜੀ ਕਹਿੰਦੇ ਸਰਸਵਤੀ ਪ੍ਰਗਟ ਹੋ ਗਈ। ਉਹਨਾਂ ਨੇ ਮੁਨੀਆਂ ਨੂੰ ਕਿਹਾ, ਤੁਸੀਂ ਕੀ ਚਾਹੁੰਦੇ ਹੋ? ਨਿਸ਼ੰਗ ਹੋ ਕੇ ਕਹੋ। 3 ਮੁਨੀ ਸੀ ਉਹਦੇ ਵਿੱਚੋਂ। ਉਹ ਕਹਿੰਦੇ, ਦੇਵੀ ਜੀ, ਹੇ ਦੇਵੀ ਦਿਓ ਬੈਠਣ ਥਾਨ, ਤਿੰਨੋਂ ਜਾਚਨਾ ਕੀਨ ਸਜਾਣ। ਸਾਨੂੰ ਬੈਠਣ ਨੂੰ ਜਗ੍ਹਾ ਦਿਓ ਕੋਈ, ਕਿਉਂਕਿ ਇੱਥੇ ਤਾਂ ਪਾਣੀ ਹੀ ਪਾਣੀ ਆ, ਨਦੀ ਵਗ ਰਹੀ ਆ। ਉਦੋਂ ਸਰਸਵਤੀ ਜਿਹੜੀ ਸੀਗੀ, ਉਹਨਾਂ ਨੇ ਫਿਰ ਦੇਵੀ ਨੇ ਕਹਿਣਾ ਮੰਨਿਆ, ਤੇ ਉਹ ਜਿਹੜੀ ਨਦੀ ਸੀਗੀ 2 ਕੋ ਪਿੱਛੇ ਹਟ ਗਈ ਸੀ। ਮਹਾਰਾਜ ਜੀ ਕਹਿੰਦੇ, ਉਹਨਾਂ ਨੇ ਜਗ੍ਹਾ ਬਣਾਈ ਆ ਨਾ, ਵੀ ਇਹ ਮੁਨੀ ਪਾਠ ਕਰਨ ਆਏ, ਇੱਥੇ ਬੰਦਗੀ ਕਰਨ, ਇੱਥੇ ਜਗ੍ਹਾ ਨਹੀਂ ਬਣ ਰਹੀ। ਤਾਂ ਨਦੀ 2 ਕੋ ਮਹਾਰਾਜ ਕਹਿੰਦੇ ਪਿੱਛੇ ਹਟ ਗਈ ਸੀਗੀ। ਇੱਥੇ ਬੈਠ ਕੇ ਮੁਨੀਆਂ ਨੇ ਤਪੱਸਿਆ ਕੀਤੀ ਆ, ਤਪ ਕੀਤਾ। ਜਸ ਤਪ ਤਪਿਓ ਘਾਲ ਬੋ ਘਾਲ,
को गणना कर सके विसाल। एडे वड्डे तप की गिणती कौन कर सकदा। सारियां दी कथा कित्थों तक कहीए। महाराज कहंदे एक मुनी दी कथा सुन लो जिवें होई है। जदों नदी ने अपना काम कर दिता, कुदरत दे अगे कीती बेनती, परमात्मा अगे, देवी अगे मंजूर हो गई है, क्योंकि देवी भी रब दे कहने च ना, उन्हें आपदा पानी पिछे लै गई। सरस्वती नदी जगह बनाती है। इत्थे पहोवे तो 3 किलोमीटर दूर महाराज कहंदे इस मंकण मन हुतो अदोष। एक मंकण नामी मुनी रहिंदा सीगा। ਉਹਨੇ ਕੀ ਕੀਤਾ, ਇੱਥੇ ਤਪ ਕੀਤਾ, ਬਹੁਤ ਘਾਲਣਾ ਘਾਲੀ ਆ। ਭਾਵੇਂ ਕਿ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਤਪ ਘਾਲਣ ਨੂੰ ਆਪ ਪਸੰਦ ਨਹੀਂ ਕਰਦੇ। ਉਹਨਾਂ ਦਾ ਮੁੱਖ ਵਾਕ ਆ, ਕਾਇਆ ਸਾਧੈ ਉਰਦ ਤਪ ਕਰੈ ਵਿੱਚੋਂ ਹਉਮੈ ਨਾ ਜਾਏ। ਮਹਾਰਾਜ ਜੀ ਕਹਿੰਦੇ ਤਪਾਂ ਨਾਲ ਹਉਮੈ ਨਹੀਂ ਬੰਦੇ ਦੀ ਦੂਰ ਹੁੰਦੀ। ਇਹ ਮਹਾਰਾਜ ਕਹਿੰਦੇ ਆ ਸਿਮਰਨ ਨਾ ਹੁੰਦੀ ਆ। ਤਾਂ ਪਹਿਲਾਂ ਲੋਕ ਤਪ ਹੀ ਕਰਦੇ ਹੁੰਦੇ ਸੀਗੇ। ਤਾਂ ਉਹਨੇ ਜਦੋਂ ਮੰਕਣ ਨਾਮ ਦੇ ਰਿਸ਼ੀ ਨੇ ਬਹੁਤ ਤਪ ਕੀਤਾ, ਭੁੱਖ ਪਿਆਸ ਬਰਦਾਸ਼ਤ ਕੀਤੀ ਆ, ਬਰਖਾ ਠੰਡ ਗਰਮੀ ਕੀ ਕੁਝ ਲੰਘ ਗਿਆ, ਕਿਉਂਕਿ ਲੰਮੇ ਲੰਮੇ ਤਪ ਹੁੰਦੇ ਸੀਗੇ। ਸਾਲਾਂ ਤੱਕ, ਕਈ ਸਾਲਾਂ ਤੱਕ ਤਪ ਕੀਤਾ। ਉੱਤਮ ਪਦ ਉਹਨੂੰ ਮਿਲ ਗਿਆ। ਉੱਤਮ ਪਦ ਬੜਾ ਮਿਲਿਆ ਉਹਨੂੰ। ਏਕ ਦਿਵਸ ਕਿਮ ਆਂਗੁਰ ਚੀਰਾ। ਹੁਣ ਉਹਨੇ ਜਦੋਂ ਤਪ ਕਰ ਲਿਆ, ਇੱਕ ਦਿਨ ਅਜੀਬ ਜਿਹਾ ਕੌਤਕ ਵਰਤਿਆ। ਕਿਸੇ ਤਰ੍ਹਾਂ ਉਹਦੀ ਉਂਗਲੀ ਨੂੰ ਚੀਰ ਆ ਗਿਆ, ਪਰ ਉਹਦੀ ਉਂਗਲੀ ਚੋਂ ਲਹੂ ਨਹੀਂ ਨਿਕਲਿਆ। ਗੁਰੂ ਅਮਰਦਾਸ ਜੀ ਕਹਿੰਦੇ ਜਿਵੇਂ ਹਰੇ ਪੱਤੇ ਵਿੱਚੋਂ ਰਸ ਨਿਕਲਦਾ ਨਾ, ਐਵੇਂ ਉਹਦੀ ਉਂਗਲੀ ਚੋਂ ਰਸ ਨਿਕਲਿਆ। ਮੁਨੀ ਉਹਨੂੰ ਹੰਕਾਰ ਹੋ ਗਿਆ ਵੀ ਮੇਰੇ ਵਰਗਾ ਕੌਣ, ਮੇਰੇ ਅੰਦਰ ਤਾਂ ਲਹੂ ਨਹੀਂ ਰਿਹਾ। ਹੁਣ ਦੇਖੋ ਇੱਥੇ ਤੁਹਾਨੂੰ ਲੱਗ ਸਕਦਾ ਵੀ ਇਹ ਚੀਜ਼ ਹੋ ਨਹੀਂ ਸਕਦੀ। ਬਿਲਕੁਲ ਇਹ ਚੀਜ਼ ਹੋ ਨਹੀਂ ਸਕਦੀ, ਸਾਡੇ ਨਾਲ ਨਹੀਂ ਹੋ ਸਕਦੀ। ਕਿਉਂ? ਕਿਉਂਕਿ ਸਾਡਾ ਇੰਨਾ ਤਪ ਹੈ ਨਹੀਂ। ਉਹ ਮੰਕਣ ਰਿਸ਼ੀ ਦਾ ਤਪ ਸੀਗਾ ਇੰਨਾ, ਉਹਦੀ ਉਂਗਲੀ ਚੋਂ ਖੂਨ ਨਹੀਂ ਰਸ ਨਿਕਲਿਆ। ਸੋਚਣ ਲੱਗਾ ਐਸੋ ਤਪ ਮੈਂ ਤਪਿਓ ਵਿਸਾਲਾ। ਗੁਰੂ ਅਮਰਦਾਸ ਜੀ ਕਥਾ ਕਹਿ ਰਹੇ ਆ, ਸਿੱਖ ਇਹ ਸਾਰੀ ਕਥਾ ਸੁਣ ਰਹੇ ਆ ਜਿਨ੍ਹਾਂ ਨੇ ਸਵਾਲ ਕੀਤੇ ਸੀਗੇ। ਕਹਿਣ ਲੱਗਾ ਮੈਂ ਏਡਾ ਤਪ ਕੀਤਾ, ਮੇਰੇ ਸਰੀਰ ਵਿੱਚੋਂ ਖੂਨ ਚੱਲਣਾ ਬੰਦ ਹੋ ਗਿਆ, ਹਰੇ ਪੱਤੇ ਵਾਂਗੂ ਰਸ ਡਿੱਗਿਆ। ਭਾ ਮੈਂ ਤਪ ਕੀਤਾ, ਮੇਰਾ ਸਰੀਰ ਅੱਜ ਕਿੰਨਾ ਵਧੀਆ ਹੋ ਗਿਆ। ਬੜੀ ਖੁਸ਼ੀ ਹੋਈ। ਇਮ ਮਨ ਜਾਨ ਅਦਕ ਉਤਸ਼ਾਹਾ, ਭਇਓ ਧਨ ਮੈਂ ਅਸਤਪਤਾ ਹਾਂ। ਮੈਂ ਕਿੰਨਾ ਤਪ ਕੀਤਾ, ਮੈਂ ਤਾਂ ਧਨ ਆ। ਉੱਠਿਆ ਤੇ ਨੱਚਣ ਲੱਗ ਗਿਆ। ਉੱਠ ਕਰ ਲਗਿਓ ਨਾਚ ਬੇਸੋਊ। ਮਹਾਰਾਜ ਕਹਿੰਦੇ ਭੁਜਾ ਉਸਾਰਤ ਉੱਚੇ ਹੋ ਬਾਹਾਂ, ਤਾਂ ਉਹਨੂੰ ਕਰਕੇ ਜਿਉਂ ਲੱਗਾ ਨੱਚਣ। ਪੈਰਾਂ ਦੀ ਚਾਲ ਤਾਲਮਈ ਕਰਕੇ ਨੱਚਦਾ ਸੀਗਾ, ਮਸਤ ਹੋ ਗਿਆ। ਖੁਸ਼ੀ ਹੋ ਗਈ ਉਹਨੂੰ ਵੀ ਮੈਂ ਇੰਨੇ ਤਪ ਕੀਤੇ, ਮੇਰੇ ਸਫਲ ਹੋ ਗਏ ਆ। ਉਹਦੇ ਤਪ ਦੇ ਪ੍ਰਭਾਵ ਕਾਰਨ ਦੁਨੀਆ ਦੇ ਲੋਕ ਵੀ ਜਿਹੜੇ ਆ ਵੀ ਤਪ ਵਾਲਾ ਸੀ, ਉਹ ਵੀ ਉੱਦਾਂ ਹੀ ਕਰਨ ਲੱਗ ਗਏ। ਉਦੋਂ ਦੇ ਜਿਹੜੇ ਆਸ-ਪਾਸ ਦੇ ਲੋਕ ਸੀ ਨੱਚਣ ਲੱਗ ਗਏ। ਸਾਰੇ ਆਪਣਾ ਕਾਰ ਵਿਹਾਰ ਭੁੱਲ ਗਏ। ਲੋਕ ਉਵੇਂ ਹੀ ਕਰਨ ਲੱਗ ਗਏ ਜਿਵੇਂ ਉਹ ਕਰਦਾ ਸੀ। ਉਹਦਾ ਪ੍ਰਭਾਵ, ਉਹਦੀ ਵਾਈਬ੍ਰੇਸ਼ਨ ਹੀ ਇਦਾਂ ਦੀ ਸੀਗੀ, ਔਰਾ ਹੀ ਇਦਾਂ ਦਾ ਹੋ ਗਿਆ ਵੀ ਲੋਕ ਵੀ ਨੱਚਣ ਲੱਗ ਗਏ। ਹੁਣ ਜੇ ਸਾਰੇ ਲੋਕ ਹੀ ਨੱਚਣ ਲੱਗ ਜਾਣ, ਕੰਮ ਕਾਰ ਹੀ ਛੱਡ ਦੇਣ, ਕੰਮ ਕਾਰ ਹੀ ਰੁਕ ਜਾਏਗਾ। ਨੱਚਣ ਕੁੱਦਣ ਮਨ ਕਾ ਚਾਉ, ਨਾਲੇ ਇਹ ਮਨ ਦੀ ਚੰਚਲਤਾ ਵਧਾਉਂਦਾ ਨੱਚਣਾ ਕੁੱਦਣਾ। ਤੇ ਇਹ ਦੇਵਤਿਆਂ ਨੇ ਜਦੋਂ ਦੇਖਿਆ ਬੜੇ ਦੁਖੀ ਹੋ ਗਏ। ਦੇਵਤੇ ਸਾਰੇ ਸ਼ਿਵ ਜੀ ਭਗਵਾਨ ਦੇ ਕੋਲ ਗਏ ਆ। ਸ਼ਰਨ ਸੰਭ ਕੀ ਸਕਲ ਸਿਧਾਰੇ, ਕਹਿੰਦੇ ਆਪਾਂ ਸ਼ਿਵ ਜੀ ਦੇ ਕੋਲ ਚੱਲੀਏ, ਕਿਉਂਕਿ ਦੇਵਤਿਆਂ ਦੇ ਵਿੱਚੋਂ ਕਹਿੰਦੇ ਇਹੀ ਦੇਵਤੇ ਆ, ਅਵਤਾਰ ਆ, ਜਿਹੜੇ ਕਿਰਪਾ ਕਰਨਗੇ, ਹਟਾਉਣਗੇ। ਕਹਿਣ ਲੱਗੇ ਸ਼ਿਵ ਜੀ, ਹੇ ਸ਼ਿਵ ਜੀ ਭਗਵਾਨ ਜੀ, ਅਸੀਂ ਤੁਹਾਡੀ ਸ਼ਰਨ ਆਏ ਹਾਂ। ਦੁਨੀਆ ਨੂੰ ਵੇਖ ਕੇ ਕਿਰਪਾ ਕਰੋ ਜੀ, ਤਰਸ ਕਰੋ ਜੀ। ਇਹ ਸੁੱਧ ਬੁੱਧ ਭੁੱਲ ਕੇ ਨੱਚੀ ਜਾਂਦੇ ਆ। ਸ਼ੰਕਰ ਕਰੋ ਕਿਰਪਾ ਪਿਖ ਜਗ ਕੋ, ਸ਼ੰਕਰ ਜੀ ਭੋਲੇਨਾਥ ਜੀ ਨੀਲਕੰਠ ਜੀ ਭੂਲ ਗਏ ਸੁਧ ਨਾਚਣ ਲੱਗ ਕੋ। ਸਾਰੇ ਲੋਕ ਨੱਚਣ ਲੱਗ ਗਏ। ਸ਼ੰਕਰ ਜੀ ਨੇ ਕਿਹਾ ਕੀ ਹੋ ਗਿਆ, ਇਹ ਨੱਚੀ ਕਿਉਂ ਜਾਂਦੇ ਆ? ਕਹਿੰਦੇ ਜੀ ਉਹ ਮੰਕਣ ਰਿਸ਼ੀ ਨੇ ਤਪ ਹੀ ਇੰਨਾ ਕਰ ਲਿਆ, ਉਹ ਨੱਚ ਰਿਹਾ ਤੇ ਵੀ ਨੱਚਣੋਂ ਨਹੀਂ ਹਟ ਰਹੇ। ਉਹਦਾ ਪ੍ਰਭਾਵ ਪੈ ਗਿਆ। ਕਰੋ ਉਪਾਵ ਆਪ ਅਬ ਕੋਈ, ਭੋਲੇਨਾਥ ਜੀ ਕਿਰਪਾ ਕਰੋ, ਕੋਈ ਉਪਾਅ ਕਰੋ। ਦੇਵਤੇ ਭਾਈ ਦੁਖੀ ਹੋ ਗਏ। ਹੁਣ ਦੇਵਤਿਆਂ ਨੂੰ ਕੋਈ ਸੁੱਝ ਨਹੀਂ ਸੀ ਰਿਹਾ। ਤਾਂ ਜਿਸ ਦੇਵਤੇ ਵਿੱਚ ਜ਼ਿਆਦਾ ਸ਼ਕਤੀ ਸੀਗੀ, ਉਹਦੇ ਕੋਲ ਹੀ ਆ ਕੇ ਫਰਿਆਦ ਕੀਤੀ। ਗੁਰੂ ਅਮਰਦਾਸ ਜੀ ਕਹਿੰਦੇ, ਕਹਿਣ ਲੱਗੇ ਇਉਂ ਲੋਕ ਨੱਚੀ ਗਏ ਨਾ, ਫਿਰ ਕਿਵੇਂ ਸਥਿਰਤਾ ਆਵੇਗੀ ਜੀ? ਜਦੋਂ ਸ਼ਿਵ ਜੀ ਨੇ ਦੇਵਤਿਆਂ ਦੀ ਬੇਨਤੀ ਸੁਣੀ ਦੁਖੀ ਹੋਇਆਂ ਦੀ, ਸ਼ੰਕਰ ਕਰ ਵਿਚਾਰ ਸੁਖਦਾਨੀ, ਸੁਣੀ ਸ਼ਰਨ ਕੀ ਬਿਨੈ ਮਹਾਨੀ। ਆਖਿਆ ਇਹ ਮੇਰੀ ਸ਼ਰਨ ਪਏ ਆ, ਇਹਨਾਂ ਦੀ ਬੇਨਤੀ ਮੰਨਣੀ ਪਊਗੀ।
ਇਕੱਠੇ ਹੋ ਕੇ ਸੰਗਤ ਰੂਪ ਦੇ ਵਿੱਚ ਆਏ ਆ ਤਾਂ ਮੁਨੀ ਦੇ ਮਨ ਦਾ ਉਤਸ਼ਾਹ ਵੇਖ ਕੇ ਦੂਰ ਕਰਨ ਵਾਸਤੇ शिव जी भगवान जी ने भेस बना लिया, रूप बटा लिया। अपर भेख को धर गौरीशा, आवत पा जह हो तो मनीषा। शिव जी ने होर रूप बना लिया, जिमें आपां भी रूप बदल लेने आ ना, जिमें ये नकलीए हुंदे आ बन जांदे आ उदां। तां जिथे मुनी वो नच रिहा ना, मंकण मुनी जी दा नाम आ, नच्ची जांदा हटदा नहीं। नेड़े गए शिव जी भगवान ते पुछया, भाई तू नच क्यों रिहा? की समझ आपदे चित्त विच? तू नचना बंद क्यों नहीं करदा? क्यों इदां दा तेरा मन हो गया? तू लगातार ही नच्ची जाना। देखो भोलेनाथ जी नूं सब कुछ पता, पर ओह जान बुझ के उत्थे पुछ रहे आ। सुन के मंकण ऋषि कहंदा, जी मैं आ तप कीता सीगा, इत्थे आ जगह ते बैठ के आ सरस्वती नदी दे कंढे कंढे एक दिन मेरी उंगली नूं चीर आ गया, उंगली विचों हरे पत्ते दे रस वर्गा पानी निकलिया। मैं देखिया भी मेरे शरीर विच खून नहीं हैगा। मैनूं बड़ी खुशी हुई। ये खुशी मेरे चित्त विच समाउंदी नहीं, मेरा जी करदा मैं नच्ची जावां। नहीं समावत है चित माही। कविराज भाई संतोख सिंह जी ने कथा सूरज प्रकाश ग्रंथ विच लिखी आ, नाचत रहो हेत लख जाही। ये वेख के जी करदा मैं नचदा रहां नचदा रहां। ओदी गल सुन के भोलेनाथ जी ने, शिव जी ने अपनी उंगली नूं चीर देता उहदे सामने। ओहदे विचों भस्म निकली जिहड़ी मुनी दे कोल जाके डिग पई है। कहंदे आ देखो तप तां इदां दा हुंदा जिहड़ा मैं तुहानूं दिखाया। मैं भी मुनी आ, मेरे शरीर विच पानी वर्गा रस भी है नहीं। होर कोई गल छड्डो, देखो तुसी कहने हो मेरे विच रस डिगदा, मेरे विच पानी भी नहीं रहा हुण। मैं तां भी जिंदा फिरदा, मेरे शरीर विच भस्म ही भस्म आ, खून हैगा किते? देखो मेरी उंगली नूं चीरा दे के तुसी दे सकदे हो आप। ये कोई जादू नहीं, ये कोई टूणा नहीं। देखो आप अपना वहम दूर करो। कहंदे मैनूं अज तक नहीं इहो जी खुशी होई कि तूं भाई आपदे हिरदे च हंकार करी फिरदा भी मेरे वर्गा कोई नहीं। जदों शिव जी दे बचन सुने, ਅੱਖਾਂ ਨਾਲ ਵੇਖਿਆ, ਮੁਨੀ ਮੰਕਣ ਨੂੰ ਆਪਣੇ ਚਿੱਤ ਦਾ ਚਾਅ ਜਿਹੜਾ ਸੀਗਾ, ਥੋੜੀ ਹਉਮੈ ਵੀ ਸੀਗੀ ਨਾ, ਮੇਰੇ ਵਰਗਾ ਕੋਈ ਨਹੀਂ, ਦੂਰ ਹੋ ਗਿਆ, ਨੱਚਣੋਂ ਹਟ ਗਿਆ। ਹਟਿਓ ਨਾਚਵੇ ਤੇ ਜਗ ਸ਼ਾਂਤੀ। ਤੇ ਦੁਨੀਆ ਦੇ ਲੋਕ ਜਿਹੜੇ ਸੀ ਉਹਨਾਂ ਤੇ ਪ੍ਰਭਾਵ ਵੀ ਪੈਣੋਂ ਹਟ ਗਿਆ, ਸ਼ਾਂਤੀ ਜੀ ਹੋ ਗਈ। ਨਹੀਂ ਨੱਚੀ ਜਾਂਦੇ ਸੀ ਸਾਰੇ, ਭਾਵ ਕਿ ਇੱਕ ਤਰ੍ਹਾਂ ਦੀ ਉਹ ਦੁਨੀਆ ਬਣ ਗਈ, ਨੱਚਣ ਕੁੱਦਣ ਮਨ ਕਾ ਚਾਓ। ਇਸੇ ਤਰ੍ਹਾਂ ਮੰਕਨ ਮੁਨੀ ਦੇ ਸੰਗੀ ਸਾਥੀ ਵੀ ਹੋਏ ਆ। ਮਹਾਰਾਜ ਕਹਿੰਦੇ ਇੱਥੇ ਭਾਈ ਤਪ ਕਰਦੇ ਰਹੇ। ਗੁਰੂ ਅਮਰਦਾਸ ਜੀ ਨੇ ਕਥਾ ਕਹੀ ਸੀ। ਇਹ ਸਰਸਵਤੀ ਨਦੀ ਦੇ ਕਿਨਾਰੇ ਲੋਕ ਡੇਰਾ ਕਰਦੇ ਹੁੰਦੇ ਸੀਗੇ ਪੁਰਾਣੇ ਜ਼ਮਾਨੇ ਵਿੱਚ। ਗੁਰੂ ਸਾਹਿਬ ਜੀ ਕਹਿੰਦੇ ਤਪ ਕਰਦੇ ਹੁੰਦੇ ਸੀਗੇ। ਤਾਂ ਇੱਥੇ ਮੰਕਣ ਰਿਸ਼ੀ ਵਰਗੇ ਇੱਕ ਨਹੀਂ ਕਈ ਰਿਸ਼ੀ ਹੋਏ ਆ। ਜਦੋਂ ਮਹਾਰਾਜ ਨੇ ਕਥਾ ਕਹੀ ਕਿ शिव जी ने फिर ਉਹ ਜਿਹੜੇ ਦੇਵਤੇ ਦੁਖੀ ਸੀਗੇ ਉਹਨਾਂ ਦੀ ਅਰਦਾਸ ਮੰਨ ਕੇ ਰੂਪ ਬਣਾ ਕੇ ਨੱਚਣੋਂ ਹਟਾਇਆ ਸੀਗਾ ਉਹਨੂੰ ਹਉਮੈ ਆਪਾਂ ਕਹਿ ਸਕਦੇ ਇੱਕ ਤਰ੍ਹਾਂ ਦੀ ਸੂਖਮ ਹਉਮੈ ਹੁੰਦੀ ਆ ਇਹ। ਚਲੋ ਆਪਣੇ ਵਰਗੀ ਹਉਮੈ ਨਹੀਂ ਹੋ ਸਕਦੀ ਸਾਧੂ ਵਿੱਚ, ਪਰ ਫਿਰ ਵੀ ਇੱਕ ਸੂਖਮ ਹਉਮੈ ਸੀਗੀ, ਉਹ ਵੀ ਦੂਰ ਕਰਨੀ ਬੜੀ ਜ਼ਰੂਰੀ ਆ ਨਾਮ ਦੇ ਰਸੀਆਂ ਵਾਸਤੇ। ਤਾਂ शिव जी ਨੇ ਫਿਰ ਇਸ ਤਰ੍ਹਾਂ ਦੀ ਭਾਈ ਕਲਾ ਵਰਤਾਈ ਵੀ ਦੇਖ ਮੇਰੇ ਅੰਦਰ ਭਸਮ ਹੀ ਭਸਮ, ਕੁਝ ਹੈ ਹੀ ਨਹੀਂ ਹੈਗਾ। ਤੇ ਤੂੰ ਭਾਈ ਪਾਣੀ ਵੇਖ ਕੇ ਹੀ ਕਹਿ ਰਿਹਾ, ਰਸ ਵੇਖ ਕੇ ਹੀ ਕਹਿ ਰਿਹਾ ਵੀ ਮੈਂ ਅੱਗੇ ਲੰਘ ਗਿਆ। ਤੇ ਇੱਥੋਂ ਵੀ ਵੱਡੇ ਵੱਡੇ ਮੁਨੀ ਪਏ ਆ ਵੀ ਤੂੰ ਹਜੇ ਤੂੰ ਉਰੇ ਹੀ ਫਿਰਦਾ, ਹਜੇ ਬੰਦਗੀ ਦੇ ਡੇਰੇ ਬੜੀ ਦੂਰ ਆ। ਤਾਂ ਗੁਰੂ ਸਾਹਿਬ ਜੀ ਨੇ ਜਦੋਂ ਕਥਾ ਕਹੀ ਨਾ, ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਜੀ ਨੇ ਸੰਗਤ ਪਈ ਹਰਖ ਕਰ ਨਮੋ ਸਾਰ ਸੁਤੀ ਮੱਜੇ ਤੇ ਸਮ, ਸਾਰੇ ਬੜੇ ਖੁਸ਼ ਹੋ ਗਏ। ਤੇ ਸਰਸਵਤੀ ਜਿਹੜੀ ਨਦੀ ਆ ਉਹਦਾ ਇਤਿਹਾਸ ਮਹਾਰਾਜ ਨੇ ਦੱਸਿਆ। ਗੁਰੂ ਅਮਰਦਾਸ ਜੀ ਕਹਿੰਦੇ ਅਸਲ ਤੀਰਥ ਦਾ ਭਾਈ ਪਰਮੇਸ਼ਰ ਦਾ ਨਾਮ ਹੀ ਆ। ਤੀਰਥ ਨਾਵਣ ਜਾਓ ਤੀਰਥ ਨਾਮ ਹੈ। ਬ੍ਰਾਹਮਣ ਆ ਗਏ ਉੱਥੇ, ਗੁਰੂ ਅਮਰਦਾਸ ਜੀ ਦੇ ਸਿੱਖ ਬਣੇ। ਮਹਾਰਾਜ ਕਹਿੰਦੇ ਭਾਈ ਹੁਣ ਕੀਰਤਨ ਕਰੋ। ਸਵੇਰੇ ਉੱਠੇ ਸਾਰੀ ਸੰਗਤ ਰੂਪ ਦੇ ਵਿੱਚ ਮਹਾਰਾਜ ਆਪ ਇਸ਼ਨਾਨ ਕੀਤਾ, ਕੀਰਤਨ ਕੀਤਾ। ਸਾਰੀ ਸੰਗਤ ਬੜੀ ਖੁਸ਼ੀ ਪ੍ਰਾਪਤ ਹੋਈ ਸੰਗਤ ਨੂੰ। ਗੁਰੂ ਅਮਰਦਾਸ ਸਾਹਿਬ ਜੀ ਸੱਚੇ ਪਾਤਸ਼ਾਹ ਇਸ ਤੋਂ ਅੱਗੇ ਕੁਰਕਸ਼ੇਤਰ ਵੀ ਗਏ ਆ। ਉੱਥੋਂ ਦਾ ਇਤਿਹਾਸ ਥੋੜ੍ਹਾ ਹੋਰ ਆ। ਤਾਂ ਅੱਜ ਦੀ ਇਹ ਜਿਹੜੀ ਕਥਾ ਹੈ ਉਹਦੇ ਵਿੱਚ ਸਿੱਖਿਆ ਵੀ ਬਹੁਤ ਵੱਡੀ ਮਿਲਦੀ ਆ। ਆਪਾਂ ਨੂੰ ਨਾਮ ਜਪਣਾ ਚਾਹੀਦਾ, ਪਰ ਨਾਮ ਦਾ ਹੰਕਾਰ ਨਹੀਂ ਹੋਣਾ ਚਾਹੀਦਾ ਜੀ। ਹੁਣ ਦੁਖੀ ਦੇਵਤੇ ਸੀਗੇ,
ਉਹਨਾਂ ਨੇ ਭੋਲੇਨਾਥ ਜੀ ਅੱਗੇ ਅਰਦਾਸ ਕੀਤੀ ਆ ਤਾਂ ਉਹਨਾਂ ਨੇ ਆਪਣੀ ਯੁਕਤੀ ਦੇ ਨਾਲ ਮੰਕਣ ਰਿਸ਼ੀ ਦਾ ਮਾਣ ਤੋੜਿਆ। ਸਾਨੂੰ ਭੁੱਲ ਕੇ ਕਦੇ ਵੀ ਇਹੋ ਜਿਹਾ ਕਰਮ ਨਹੀਂ ਕਰਨਾ ਚਾਹੀਦਾ ਜਿਹਦੇ ਕਰਕੇ ਸਾਨੂੰ ਪਛਤਾਵਾ ਹੋਵੇ। ਐਸਾ ਕਾਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਏ। ਭੁੱਲ ਕੇ ਵੀ ਕਦੇ ਇਹੋ ਜਿਹਾ ਕੰਮ ਨਾ ਕਰੀਏ ਕਿ ਸਾਨੂੰ ਬਾਅਦ ਵਿੱਚ ਪਛਤਾਉਣਾ ਪਵੇ। ਤਾਂ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਜੀ ਦਾ ਮਨੋਰਥ ਸਿੱਖਾਂ ਨੂੰ ਉਹਨਾਂ ਦੇ ਸਵਾਲਾਂ ਦਾ ਜਵਾਬ ਦੇਣਾ ਹੀ ਨਹੀਂ, ਉਹਨਾਂ ਨੂੰ ਗੁਰਮਤਿ ਦ੍ਰਿੜ ਕਰਵਾਉਣੀ ਹੈ। ਪੂਰੀ ਗੱਲ ਸੰਗਤ ਜੀ ਸਾਰੀ ਸਰਵਣ ਕਰਿਆ ਕਰੋ ਇਤਿਹਾਸ ਦੀ। ਅੱਧ ਵਿਚਾਲੇ ਜਦੋਂ ਆਪ ਜੀ ਛੱਡ ਦਿੰਦੇ ਹੋ, ਆਪ ਨੂੰ ਪੂਰਨ ਰੂਪ ਦੇ ਵਿੱਚ ਗੱਲ ਸਮਝ ਨਹੀਂ ਲੱਗਦੀ ਤੇ ਮਨ ਦੇ ਵਿੱਚ ਸ਼ੰਕੇ ਤੇ ਵਲਵਲੇ ਪੈਦਾ ਹੋ ਜਾਂਦੇ ਆ। ਗੁਰੂ ਸਾਹਿਬ ਜੀ ਨੇ ਇਤਿਹਾਸ ਦੱਸਿਆ ਸਰਸਵਤੀ ਨਦੀ ਦੇ ਕਿਨਾਰੇ ਕੀ ਹੋਇਆ ਸੀਗਾ, ਤੇ ਉਹ ਕੁਝ ਇਤਿਹਾਸਕ ਗਥਾਵਾਂ ਇਹਨਾਂ ਨੂੰ ਆਪਾਂ ਮਿਥਿਹਾਸਕ ਵੀ ਕਹਿ ਦਿੰਦੇ ਹਾਂ, ਮਿੱਥ ਵੀ ਕਹਿ ਦਿੰਦੇ ਹਾਂ, ਗੁਰੂ ਅਮਰਦਾਸ ਜੀ ਨੇ ਕਹੀਆਂ। ਅੱਜ ਦੇ ਲੋਕਾਂ ਨੂੰ ਇਹ ਗੱਲਾਂ ਇਉਂ ਲੱਗਦੀਆਂ ਵੀ ਝੂਠ ਹੋਣਗੀਆਂ, ਕਿਉਂਕਿ ਆਉਣ ਵਾਲੇ ਸਮੇਂ ਵਿੱਚ ਲੋਕ ਕਿਆ ਕਰਨਗੇ, 100 ਸਾਲ ਬੰਦੇ ਦੀ ਉਮਰ ਕਿੱਥੇ ਹੋ ਸਕਦੀ ਹੈ ਜੀ। ਬੰਦੇ ਦੀ ਉਮਰ ਤਾਂ 40-50 ਸਾਲ ਹੈ। ਉਮਰ ਲੋਕ ਦੀ ਜਿਹੜੀ ਆ ਲੋਕਾਂ ਦੀ ਘਟ ਰਹੀ ਆ, ਬਿਮਾਰੀਆਂ ਵੱਧ ਰਹੀਆਂ। ਆਉਣ ਵਾਲੀਆਂ ਪੀੜ੍ਹੀਆਂ ਨੇ ਅੱਜ ਤੋਂ 50-60 ਸਾਲ ਬਾਅਦ 100 ਸਾਲ ਬਾਅਦ ਯਕੀਨ ਨਹੀਂ ਕਰਿਆ ਕਰਨਾ ਵੀ 100 ਸਾਲ ਬੰਦੇ ਦੀ ਉਮਰ ਹੁੰਦੀ ਸੀ। ਉਹਨਾਂ ਨੇ ਕਹਿਣਾ ਨਹੀਂ। ਤਾਂ ਇਸ ਤਰ੍ਹਾਂ ਕੁਝ ਚੀਜ਼ਾਂ ਸਮੇਂ ਦੇ ਹਿਸਾਬ ਨਾਲ ਬਦਲ ਜਾਂਦੀਆਂ। ਆਉਣ ਵਾਲੀਆਂ ਪੀੜ੍ਹੀਆਂ ਉਹਨਾਂ ਤੇ ਯਕੀਨ ਨਹੀਂ ਕਰਦੀਆਂ। ਜਿਹੜੇ ਹੋਰ ਦੇਵਤੇ ਸੀਗੇ ਉਹ ਵੀ ਹੰਕਾਰ ਤਾਂ ਦੂਰ ਕਰ ਸਕਦੇ ਸੀ, ਪਰ ਉਹਨਾਂ ਨੂੰ ਕੁਝ ਸੁੱਝ ਨਹੀਂ ਸੀ ਰਿਹਾ। ਜਿਵੇਂ ਇੰਦਰ ਵਰਗੇ ਦੇਵਤੇ ਆ ਤਾਂ ਸਾਰੇ ਇਕੱਠੇ ਹੋ ਕੇ ਦੁਖੀ ਹੋ ਕੇ ਮੁਨੀ ਰਾਜ ਸ਼ਿਵਜੀ ਜੀ ਦੇ ਕੋਲ ਗਏ ਆ। ਫਿਰ ਉਹਨਾਂ ਨੇ ਆ ਕੇ ਉਹਨਾਂ ਦਾ ਦੁੱਖ ਦੂਰ ਕਰ ਦਿੱਤਾ। ਸਾਰੇ ਦੇਵਤਿਆਂ ਨੇ ਸ਼ੁਕਰ ਮਨਾਇਆ। ਸ਼ਿਵਜੀ ਭਗਵਾਨ ਦੇ ਉੱਪਰ ਫੁੱਲਾਂ ਦੀ ਵਰਖਾ ਕੀਤੀ ਕਿ ਤੁਸੀਂ ਆ ਜਿਹੜੀ ਸ੍ਰਿਸ਼ਟੀ ਆ ਉਹਦੇ ਜਿਹੜੇ ਲੋਕ ਆ ਉਹਨਾਂ ਨੂੰ ਕੁਰਾਹੇ ਪੈਣ ਤੋਂ ਬਚਾ ਲਿਆ। ਜਿਵੇਂ ਆਪਾਂ ਕੀ ਕਹਿੰਦੇ ਆ, ਬਾਣੀ ਵਿੱਚ ਤਾਂ ਇਹ ਗੱਲ ਬਿਲਕੁਲ ਵੀ ਨਹੀਂ ਚੰਗੀ ਮੰਨੀ ਜਾਂਦੀ, ਨੱਚਣਾ ਕੁੱਦਣਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਅੱਜ ਦੇ ਲੋਕ ਜਿਹੜੇ ਆ ਡੀਜਿਆਂ ਦੇ ਉੱਪਰ ਨੱਚਦੇ ਆ, ਨਚਾਰ ਬਣ ਗਏ ਆ। ਪਿੰਡਾਂ ਦੇ ਵਿੱਚ ਵਿਆਹ ਹੁੰਦਾ, ਵਿਆਹ ਤੋਂ 3-4 ਦਿਨ ਪਹਿਲਾਂ ਹੀ ਲੋਕ ਜਿਹੜੇ ਆ ਇਹ ਰਿਕਾਰਡ ਜਿਹੜੇ ਆ ਲਾ ਲੈਂਦੇ ਆ, ਗਾਣੇ ਜਿਹੜੇ ਆ ਲਾ ਕੇ ਸੁਣਦੇ ਆ, ਗੰਦੇ ਗਾਣੇ ਜਿਹੜੇ ਕੰਨਾਂ ਵਿੱਚ ਉਹਨਾਂ ਦੇ ਪੈਂਦੇ ਆ ਤੇ ਬਹੁਤ ਜ਼ਿਆਦਾ ਖੁਸ਼ ਹੁੰਦੇ ਆ। ਇਹਨਾਂ ਦੀ ਮੱਤ ਮੈਲੀ ਹੋਈ ਵੀ ਆ, ਇਹਨਾਂ ਦੇ ਕਰਮ ਮਿਲੇ ਹੋਏ ਵੇ ਆ, ਸਭ ਕੁਝ ਅਸੀਂ ਦੇਖਦੇ ਹਾਂ ਵੀ ਇਹਨਾਂ ਨੂੰ ਬਾਣੀ ਚੰਗੀ ਨਹੀਂ ਲੱਗਦੀ। ਤਾਂ ਗੁਰੂ ਸਾਹਿਬ ਜੀ ਨੇ ਨੱਚਣ ਕੁੱਦਣ ਮਨ ਕਾ ਚਾਓ, ਮਨ ਦਾ ਚਾਅ ਕਿਹਾ ਹੈ। ਤੇ ਮਨ ਆਪਾਂ ਨੂੰ ਪਤਾ ਹੀ ਆ ਵੀ ਮਨ ਕਦੇ ਸਿੱਧੇ ਪਾਸੇ ਆਪਾਂ ਨੂੰ ਲੈ ਕੇ ਜਾਂਦਾ ਨਹੀਂ ਨਾ। ਤਾਂ ਮਨ ਨੇ ਤਾਂ ਕਹਿਣਾ ਆਹ ਕਰ ਲਓ ਉਹ ਕਰ ਲਓ। ਤੇ ਲੋਕ ਜਿਹੜੇ ਇਹੋ ਜਿਹੇ ਹੋਏ ਵੇ ਆ, ਬਜ਼ੁਰਗ ਵੀ ਵੇਖਿਆ ਗੁਰਦੁਆਰਾ ਸਾਹਿਬ ਆਉਣਗੇ ਇਹਨਾਂ ਦੇ ਗੋਡੇ ਦੁਖਦੇ ਆ, ਕਹਿਣਗੇ ਕੁਰਸੀਆਂ ਸਾਨੂੰ ਬੈਠਣ ਲਈ ਦੇ ਦਿਓ, ਸਾਡੇ ਤੋਂ ਬੈਠਿਆ ਨਹੀਂ ਜਾਂਦਾ। ਤੇ ਜਦੋਂ ਵਿਆਹ ਦੇ ਵਿੱਚ ਨੱਚਣਾ ਹੁੰਦਾ ਉਦੋਂ ਇਹਨਾਂ ਦੇ ਗੋਡੇ ਬਿਲਕੁਲ ਵੀ ਨਹੀਂ ਦੁਖਦੇ। ਤਾਂ ਇਹ ਸਾਰੇ ਪਖੰਡ ਜਿਹੜੇ ਕਰਦੇ ਆ ਲੋਕਾਂ ਬਾਰੇ, ਉਹਦੇ ਬਾਰੇ ਤੁਸੀਂ ਜਾਣਦੇ ਹੀ ਹੋ ਕਿ ਕਿੱਧਰ ਨੂੰ ਹੋਈ ਵੀ ਆ ਦੁਨੀਆ। ਤਾਂ ਗੁਰੂ ਅਮਰਦਾਸ ਜੀ ਨੇ ਇਹ ਕਥਾ ਭਾਈ ਇਉਂ ਉੱਥੇ ਜਾ ਕੇ ਕਹਿ ਦਿੱਤੀ। ਸਰਸਵਤੀ ਨਦੀ ਦਾ ਇਤਿਹਾਸ ਆਪਣੇ ਸਿੱਖਾਂ ਨੂੰ ਦੱਸਿਆ। ਸਾਰਿਆਂ ਸਿੱਖਾਂ ਨੇ ਗੁਰੂ ਅਮਰਦਾਸ ਜੀ ਦਾ ਸ਼ੁਕਰਾਨਾ ਕੀਤਾ। ਅਸੀਂ ਵੀ ਭਾਈ ਸੱਚੇ ਪਾਤਸ਼ਾਹ ਜੀ ਦਾ ਸ਼ੁਕਰਾਨਾ ਹੀ ਕਰੀਏ। ਧੰਨ ਗੁਰੂ ਅਮਰਦਾਸ ਜੀ ਜਿਨ੍ਹਾਂ ਨੇ ਸਾਨੂੰ ਇੱਕ ਪ੍ਰਮਾਤਮਾ ਨਾਲ ਜੋੜਿਆ। ਇੱਥੇ ਮੈਂ ਇਹ ਕਹਿਣਾ ਚਾਹੂੰਗਾ ਕਿ ਜਿੰਨੇ ਦੇਵੀ ਦੇਵਤੇ ਆ, ਭਾਵੇਂ ਉਹ ਸ਼ਿਵ ਜੀ ਹੀ ਹੋਵੇ, ਸਾਰਿਆਂ ਨੂੰ ਬਣਾਉਣ ਵਾਲਾ ਚਲਾਉਣ ਵਾਲਾ ਇੱਕ ਓੰਕਾਰ ਅਕਾਲ ਪੁਰਖ ਆ। ਉਹਦੇ ਤੋਂ ਵੱਡਾ ਕੋਈ ਹੋ ਨਹੀਂ ਸਕਦਾ। ਵੱਡੇ ਵੱਡੇ ਮੁਨ ਦੇਵਤੇ ਕਈ ਯੁੱਗ ਤਿਨੀ ਤਨ ਧਾਇਆ, ਪਰ ਕਿਨਹੀ ਤੇਰਾ ਅੰਤ ਨਾ ਪਾਇਆ। ਪਰਮਾਤਮਾ ਦਾ ਅੰਤ ਨਹੀਂ ਪਾਇਆ ਜਾ ਸਕਦਾ। ਗੁਰੂ ਅਮਰਦਾਸ ਜੀ ਅੱਗੇ ਬੇਨਤੀ ਕਰੀਏ ਸੱਚੇ ਪਾਤਸ਼ਾਹ ਸਾਨੂੰ ਵੀ ਆਪਣੇ ਵਰਗਾ ਸਿਦਕ ਬਖਸ਼ੋ ਮਹਾਰਾਜ। ਬਜ਼ੁਰਗੀ ਵਿੱਚ ਵੀ ਉਹ ਸੇਵਾ ਕਰਦੇ ਰਹੇ, ਪਾਣੀ ਢੋਂਦੇ ਰਹੇ। ਲੋਕਾਂ ਨੇ ਅਮਰੂ ਨਥਾਵਾ, ਅਮਰੂ ਝੱਲਾ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਿਹਾ। ਪਰ ਧੰਨ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਤੇਰੀ ਭਗਤ ਨਾ ਛੋਡੋ ਭਾਵੇਂ ਲੋਕ ਹੱਸੈ, ਲੋਕਾਂ ਦੀ ਪਰਵਾਹ ਨਹੀਂ ਕੀਤੀ। ਆਪਣੀ ਬੰਦਗੀ ਕਰਦੇ ਰਹੇ, ਨਿਤਨੇਮ ਕਰਦੇ ਰਹੇ, ਮੂਲ ਮੰਤਰ ਜਪਦੇ ਰਹੇ ਤੇ ਵਾਹਿਗੁਰੂ ਮੰਤਰ ਜਪਦੇ ਰਹੇ ਤੇ ਵੱਡੀ ਪਦਵੀ ਉਹਨਾਂ ਨੇ ਪਾ ਲਈ ਆ। ਆਪਾਂ ਵੀ ਭਾਈ ਨਾਮ ਦੇ ਰਸੀਏ ਬਣੀਏ, ਗੁਰੂ ਦੀ ਬਾਣੀ ਨੂੰ ਸਮਝ ਪੜ੍ਹੀਏ ਤੇ ਕਥਾ ਵਿਚਾਰ ਦਾ ਤੱਤ ਸਾਰ ਕੀ ਹੁੰਦਾ ਉਹਨੂੰ ਸਮਝ ਕੇ ਹੀ ਸਾਰੇ ਸਿੱਟੇ ਤੇ ਪਹੁੰਚੀਏ। ਅੰਮ੍ਰਿਤ ਛਕੋ ਸਿੰਘ ਸਜੋ ਗੁਰੂ ਵਾਲੇ ਬਣੋ। ਇਹ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਨੇ ਕਥਾ
ਸੂਰਜ ਪ੍ਰਕਾਸ਼ ਵਿੱਚ ਲਿਖੀ ਆ। ਜੇ ਤੁਸੀਂ ਪੜ੍ਹਨੀ ਹੋਵੇ, ਗੁਰੂ ਅਮਰਦਾਸ ਜੀ ਦੀ ਕਥਾ ਬੜੀ ਨਿਰਾਲੀ ਹੈ। ਗੁਰੂ ਅਮਰਦਾਸ ਜੀ ਦੀ ਸ਼ਾਨ ਬੜੀ ਉੱਚੀ ਹੈ ਜੀ। ਬੋਲਦਿਆਂ ਤੋਂ ਇੱਕ ਨਹੀਂ, ਬਹੁਤ ਭੁੱਲਾਂ ਹੋ ਗਈਆਂ। ਗੁਰੂ ਦੀ ਸੰਗਤ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਬਖਸ਼ ਲੈਣ। ਤਾਂ ਆ ਵਿਸਾਖੀ ਦਾ ਪੁਰਬ ਭਾਈ, ਖਾਲਸਾ ਸਾਜਨਾ ਦਿਵਸ ਨੇੜੇ ਆ ਰਿਹਾ। ਮਨ ਬਣਾਓ, ਗੁਰੂ ਕੇ ਜਹਾਜ਼ ਚੜੋ, ਵਾਹਿਗੁਰੂ ਨਾਮ ਜਹਾਜ਼ ਹੈ। ਚੜੇ ਸੋ ਤਰੇ ਪਾਰ, ਜੋ ਸ਼ਰਧਾ ਕਰ ਸੇਵ ਦੇ, ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।